ਸਾਹਿਬ ਜੀ। हम सर दीन दयाल न तुम सर, अब पतियार क्या कीजै। बचनी तोर मोर मन मानै, जन को पूरन दीजै। बचनी तोर मोर मन मानै, जन को पूरन दीजै। वाहिगुरु जी। फरीदा सिर पलिया दाड़ी पली, मुच्छां भी पलियां। हरे मन गहले बावले, माणे क्या रलियां। हरे मन गहले बावले, माणे क्या रलियां। परम सन्मान योग, जुगो जुग अटल, चवर छतर तख्त दे मालिक, हाजरा हजूर सर्ब कला भरपूर। नाम बाणी के बोहित हलत पलत सवार देण वाले, गुरु गरीब नवाज धन धन साहिब श्री गुरु ग्रंथ साहिब सच्चे पातशाह महाराज, तिन्हां दी पावन पवित्र हजूरी अंदर सज बैठे गुरु प्यारे गुरु सवारे सत्कार योग सत संगी जनों। अकाल पुरख वाहिगुरु जी ने अपार बख्शिश कृपा कीती है। सत संगत दियां घड़ियां प्राप्त होईयां हन। गुरु दरबार विच सज बैठ के सतगुरु महाराज जी दी पावन बाणी दे द्वारा कीती सिफत सलाह, तुरकी बाणी दा पाठ बड़े अदब सत्कार दे नाल गुरु चरनां दे विच सज बैठ के आप जी ने श्रवण कीता है। आओ कुछ सਮਾਂ ਚੱਲ रही लड़ी विचार दे नाल आपो अपनियां सुरतियां नूं जोड़ के सफला बनाउण दा यतन करिए। जितने भी माई भाईजन गुरु चरनां विच सज के बैठे हो, अकाल पुरख वाहिगुरु दा शुकराना कोटान कोट धन्नवाद करदिआं। रसना नूं करो पवित्र, सारे रल के गुरु फतेह नाल सांझ करो। कोई भी रसना गुरु फतेह तो वांझी ना रहे। इक्को वारी कहण ते सरबत संगत गज के आखो जी वाहिगुरु जी का खालसा वाहिगुरु जी की फतेह। जो पावन श्लोक का मूल पाठ आप जी ने श्रवण किया है, यह पावन श्लोक शेख फरीद साहब जी की रसना के द्वारा उचारण किया होया। लड़ीवार श्लोकां दे विचों 55 नंबर श्लोक है।
ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1380 ਦੇ ਉੱਪਰ ਸੁਭਾਏਮਾਨ ਹੈ। ਗੁਰਬਾਣੀ ਨੂੰ ਪੜ੍ਹਨ ਵਾਲੇ ਸਰੋਤਾ ਜਨ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ। ਗੁਰਬਾਣੀ ਨੂੰ ਗਾਇਨ ਕਰਨ ਵਾਲੇ, ਗੁਰਬਾਣੀ ਨੂੰ ਸੁਣਨ ਵਾਲੇ ਸਰੋਤਾ ਜਨ ਇਸ ਗੱਲ ਦੀ ਡੂੰਘੀ ਜਾਣਕਾਰੀ ਰੱਖਦੇ ਹਨ ਕਿ ਮਹਾਰਾਜ ਨੇ ਜਦੋਂ ਵੀ ਬਾਣੀ ਦੇ ਅੰਦਰ ਬਚਨ ਕੀਤੇ ਹਨ ਤੇ ਜ਼ਿਆਦਾਤਰ ਮਨ ਨੂੰ ਸੰਬੋਧਨ ਹੋ ਕੇ ਸਤਿਗੁਰੂ ਮਹਾਰਾਜ ਨੇ ਬਾਰ-ਬਾਰ ਮਨ ਨੂੰ ਸੁਧਾਰਨ ਦੀ, ਮਨ ਨੂੰ ਚੰਗਾ ਬਣਾਉਣ ਦੀ, ਮਨ ਨੂੰ ਚੰਗੇ ਰਾਸਤੇ ਤੇ ਚੱਲਣ ਦੀ ਪ੍ਰੇਰਨਾ ਮਹਾਰਾਜ ਨੇ ਬਾਰ-ਬਾਰ ਬਾਣੀ ਵਿੱਚ ਦਿੱਤੀ ਹੈ। ਗੁਰਬਾਣੀ ਪ੍ਰੇਮੀ, ਗੁਰਬਾਣੀ ਨੂੰ ਪੜ੍ਹਨ ਵਾਲੇ ਇਸ ਗੱਲ ਦੀ ਖੋਜ ਵੀ ਕਰਦੇ ਹਨ ਕਿ ਆਪਣੇ ਮਨ ਨੂੰ ਕਿਵੇਂ ਕਾਬੂ ਵਿੱਚ ਰੱਖਿਆ ਜਾਵੇ, ਕਿਵੇਂ ਮਨ ਦੀਆਂ ਭਾਵਨਾਵਾਂ 'ਤੇ ਕੰਟਰੋਲ ਕੀਤਾ ਜਾਵੇ। ਮਨ ਨੂੰ ਚੰਗਾ ਬਣਾਉਣ ਦੇ ਲਈ ਪ੍ਰੈਕਟੀਕਲ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੇ ਹੀ ਜੀਵਨ 'ਤੇ ਢੁਕਾ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਪ੍ਰੈਕਟੀਕਲ ਵੀ ਕਰਦੇ ਨੇ। ਹਰ ਵਕਤ ਯਾਦ ਰੱਖਦੇ ਨੇ ਕਿ ਆਪਣੇ ਮਨ ਨੂੰ ਚੰਗੇ ਪਾਸੇ ਲਾਉਣਾ ਹੈ। ਮਨ ਅੰਦਰ ਕੋਈ ਬੁਰਾ ਖਿਆਲ ਵੀ ਆਵੇ ਤੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ 'ਤੇ ਕਾਬੂ ਤੇ ਕੰਟਰੋਲ ਕਰਨਾ ਹੈ। ਜਦ ਕੋਈ ਵੀ ਦੁਨੀਆ ਦਾ ਮਨੁੱਖ ਆਪਣੇ ਮਨ ਨੂੰ ਕਾਬੂ, ਕੰਟਰੋਲ ਅਤੇ ਸੀਮਾ ਦੇ ਵਿੱਚ ਰੱਖੇਗਾ, ਮਨ ਦੀਆਂ ਵਾਸ਼ਨਾਵਾਂ ਨਹੀਂ ਵਧਣਗੀਆਂ, ਮਨ ਬੁਰੇ ਖਿਆਲਾਂ ਨੂੰ ਜਨਮ ਨਹੀਂ ਦੇਵੇਗਾ ਅਤੇ ਕਿਧਰੇ ਵੀ ਮਨੁੱਖ ਨੂੰ ਭਟਕਾਵੇਗਾ ਨਹੀਂ। ਮਨ ਦੀਆਂ ਕੁਝ ਅਜਿਹੀਆਂ ਵਿਚਾਰਾਂ ਹਨ ਜਿਨ੍ਹਾਂ ਵਿਚਾਰਾਂ ਕਰਕੇ ਮਨੁੱਖ ਸਰੀਰਕ ਤੌਰ 'ਤੇ ਵੀ ਕਈ ਵਾਰ ਦੁਖੀ ਹੋ ਜਾਂਦਾ ਹੈ। ਇੱਕ ਮਾਨਸਿਕ ਦੁੱਖ ਨੇ, ਦੂਜਾ ਸਰੀਰਕ ਦੁੱਖ ਨੇ। ਪਰ ਜਦੋਂ ਸਰੀਰ ਨਵਾਂ ਨਰੋਆ ਹੁੰਦਾ ਹੈ ਉਦੋਂ ਮਨ ਕਿਸੇ ਦੀ ਪੁੱਛਦਾ ਨਹੀਂ ਹੈ, ਮਨ ਕਿਸੇ ਦੀ ਸੁਣਦਾ ਨਹੀਂ ਹੈ। ਸਰੀਰ ਥੋੜ੍ਹਾ ਜਿਹਾ ਬੁਢਾਪੇ ਵੱਲ ਨੂੰ ਵਧੇ ਤੇ ਮਨ ਡੱਗ ਮਗਾਉਂਦਾ ਹੈ, ਹੁਣ ਬੁਢਾਪਾ ਆ ਰਿਹਾ ਹੈ, ਕੁਝ ਨਾ ਕੁਝ ਧਰਮ ਕਰਮ ਮੈਨੂੰ ਜੀਵਨ ਵਿੱਚ ਕਰ ਲੈਣੇ ਚਾਹੀਦੇ ਹਨ। ਔਰ ਫਿਰ ਵੀ ਸਰੀਰ ਬੁਢਾਪੇ ਵੱਲ ਨੂੰ ਵੀ ਵੱਧ ਜਾਵੇ, ਮਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ। ਮਨ ਦੇ ਖਿਆਲਾਤ ਜਿਹੜੇ ਕਦੀ ਬੁਢਾਪੇ ਵੱਲ ਨੂੰ ਨਹੀਂ ਜਾਂਦੇ। ਮਨ ਉਸੇ ਤਰ੍ਹਾਂ ਹੀ ਕਰਮ ਕਰਦਾ ਹੈ ਜਿਹੋ ਜਿਹੇ ਕਰਮ ਪਹਿਲੋਂ ਕਰਦਾ ਸੀ, ਭਰ ਜਵਾਨੀ ਦੇ ਵਿੱਚ ਕਰਦਾ ਸੀ। ਬੁਢਾਪਾ ਤਾਂ ਕੇਵਲ ਬਚਪਨ, ਜਵਾਨੀ ਤੇ ਬੁਢਾਪਾ ਕੇਵਲ ਸਰੀਰ ਦੇ ਉੱਪਰ ਹੀ ਆਇਆ ਹੈ। ਮਨ ਤੇ ਤਬਦੀਲ ਨਹੀਂ ਹੋਇਆ। ਮਨ ਤਾਂ ਉਵੇਂ ਦਾ ਹੀ ਹੈ ਜਿਵੇਂ ਬਚਪਨ ਸੀ, ਜਿਵੇਂ ਜਵਾਨੀ ਸੀ, ਬੁਢਾਪੇ ਵਿੱਚ ਵੀ ਮਨ ਉਸੇ ਤਰ੍ਹਾਂ ਦਾ ਹੀ। ਸਾਰੀ ਜ਼ਿੰਦਗੀ ਇਸ ਮਨ ਨੇ ਕਾਲਖ ਖੱਟੀ ਹੈ। ਮਨ ਕਾਲਖ ਇਕੱਠੀ ਕਰਦਾ ਹੈ। ਜੇ ਮਨ ਚੰਗੇ ਪਾਸੇ ਨੂੰ ਤੁਰ ਪਵੇ, ਸਤਿਗੁਰੂ ਮਹਾਰਾਜ ਨੇ ਬੜਾ ਕੀਮਤੀ ਬਚਨ ਆਖਿਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਸ਼ਕਤੀ ਦਾ ਅਰਥ ਹੈ ਮਾਇਆ। ਇਹ ਮਨ ਮਾਇਆ ਦਾ ਰੂਪ ਵੀ ਹੈ ਤੇ ਮਨ ਉਸ ਆਨੰਦ ਸਵਰੂਪ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਵੀ ਹੈ। ਹੁਣ ਬੜੀ ਸਮਝਣ ਵਾਲੀ ਗੱਲ ਹੈ। ਔਰ ਇਸ ਮਨ ਨੂੰ ਮਹਾਰਾਜ ਨੇ ਪੰਜਾਂ ਤੱਤਾਂ ਦਾ ਵੀ ਆਖਿਆ ਹੈ। ਇਹ ਪੰਜਾਂ ਤੱਤਾਂ ਦਾ ਜੀਵ ਵੀ ਹੈ, ਕਿਉਂਕਿ ਮਨ ਦੀ ਕੋਠੀ, ਮਨ ਦਾ ਘਰ ਮਨੁੱਖੀ ਸਰੀਰ ਦੇ ਅੰਦਰ ਹੈ ਤੇ ਮਨੁੱਖੀ ਸਰੀਰ ਦੇ ਅੰਦਰ ਸਰੀਰ ਦਾ ਕੋਈ ਪਾਰਟ ਬਣ ਕੇ ਕੰਮ ਨਹੀਂ ਕਰਦਾ, ਸਗੋਂ ਸਰੀਰ ਦੇ ਜਿੰਨੇ ਵੀ ਪਾਰਟ ਹੈ ਉਹ ਮਨ ਦੇ ਮੁਤਾਬਕ ਕੰਮ ਕਰਦੇ ਨੇ। ਮਨ ਇੱਕ ਵਿਚਾਰਾਂ ਦੇ ਸੰਗ੍ਰਹਿ ਦਾ ਨਾਮ ਹੈ। ਮਨ ਉਹਨਾਂ ਫੁਰਨਿਆਂ ਦਾ ਨਾਮ ਹੈ, ਉਹਨਾਂ ਵਿਚਾਰਾਂ ਦਾ ਨਾਮ ਹੈ
ਜਿਹੜੀਆਂ ਵਿਚਾਰਾਂ ਮਨੁੱਖ ਨੂੰ ਸਰੀਰਕ ਤੌਰ ਤੇ ਡਾਇਰੈਕਸ਼ਨ ਦਿੰਦੀਆਂ ਨੇ ਵੀ ਤੂੰ ਇੱਧਰ ਨੂੰ ਜਾਣਾ, ਇਹ ਕੰਮ ਕਰਨਾ ਹੈ, ਇਹ ਨਹੀਂ ਕਰਨਾ। ਤੋ ਮਹਾਰਾਜ ਨੇ ਬਾਣੀ ਵਿੱਚ ਆਖਿਆ ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਮਾਇਆ ਵੀ ਹੈ ਤੇ ਆਨੰਦ ਸਵਰੂਪ ਅਕਾਲ ਪੁਰਖ ਕਰਤੇ ਦਾ ਅਰੂਪ ਵੀ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਸਿਓ ਦਾ ਅਰਥ ਹੈ ਰੱਬ ਦਾ ਰੂਪ ਵੀ ਹੈ। ਇਹ ਮਨ ਪੰਜ ਤੱਤ ਕੋ ਜੀਓ, ਇਹ ਮਨ ਪੰਜਾਂ ਤੱਤਾਂ ਦਾ ਹੀ ਬਣਿਆ ਹੈ। ਪੰਜਾਂ ਤੱਤਾਂ ਦੇ ਸੁਮੇਲ ਦੇ ਨਾਲ ਹੀ ਮਨ ਦੀ ਸ਼ੁਰੂਆਤ ਹੋ ਗਈ ਹੈ, ਕਿਉਂਕਿ ਜਦੋਂ ਸਰੀਰ ਬਣਿਆ ਤੇ ਸਰੀਰ ਦੇ ਵਿੱਚ ਹੀ ਮਨ ਕੰਮ ਕਰ ਰਿਹਾ, ਵਿਚਾਰ ਕੰਮ ਕਰ ਰਹੀ ਹੈ। ਸੱਚਾ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਥਾਂ ਨਹੀਂ ਬਾਣੀ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ। ਮਹਾਰਾਜ ਕਹਿੰਦੇ ਇਹ ਮਨ ਇਉਂ ਡੋਲਦਾ ਹੈ, ਇਉਂ ਭਟਕਦਾ ਹੈ, ਜਿਵੇਂ ਕੱਚੀ ਮਿੱਟੀ ਦਾ ਬਣਿਆ ਹੋਇਆ ਭਾਂਡਾ ਜਿਹੜਾ ਉਹਨੂੰ ਠੋਕਰ ਲੱਗਦੀ ਹੈ ਉਹ ਟੁੱਟ ਜਾਂਦਾ ਹੈ। ਮਨ ਨੂੰ ਕਿਤੇ ਨਾ ਕਿਤੇ ਮਾਇਆ ਦੀ ਠੋਕਰ ਲੱਗਦੀ ਹੈ ਤੇ ਮਨ ਵੀ ਆਪਣੇ ਅਸਲੀ ਰਸਤੇ ਤੋਂ ਭਟਕ ਜਾਂਦਾ ਹੈ। ਕਿਆ ਬਿਸਾਸਾ ਇਸ ਭਾਂਡੇ ਕਾ ਇਤਨੁਕ ਲਾਗੇ ਠਨਕਾ। ਤੇ ਨਾਲ ਕਬੀਰ ਸਾਹਿਬ ਜੀ ਨੇ ਇਹ ਉਦਾਹਰਨ ਦੇ ਕੇ ਆਖਿਆ ਵੀ ਇਹ ਜਿਹੜਾ ਮਨ ਹੈ ਜਿਵੇਂ ਇੱਕ ਪੰਛੀ ਉਡਾਰੀ ਲਾਉਂਦਾ ਹੈ, ਪੰਛੀ ਉੱਡਦਾ ਹੈ, ਇੱਕ ਦਰਖਤ ਪੇੜ ਪੌਦੇ ਤੋਂ ਉੱਡ ਕੇ ਦੂਜੇ ਤੇ ਜਾ ਕੇ ਬੈਠ ਜਾਂਦਾ ਹੈ, ਦੂਜੇ ਤੋਂ ਤੀਜੇ ਤੇ ਜਾ ਕੇ ਬੈਠ ਜਾਂਦਾ ਹੈ। ਸਾਰਾ ਦਿਨ ਉਸ ਪੰਛੀ ਦੀ ਇਹੀ ਕਿਰਿਆ ਚੱਲਦੀ ਰਹਿੰਦੀ ਹੈ, ਇੱਕ ਥਾਂ ਤੋਂ ਦੂਜੀ ਥਾਂ ਤੇ। ਪੰਛੀ ਦਾ ਸੁਭਾਅ ਹੈ, ਉਹਨੂੰ ਨਾ ਤਾਂ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਪੈਂਦੀ ਹੈ, ਨਾ ਉਹਨੂੰ ਕੋਈ ਰੋਕ ਟੋਕ ਹੈ। ਉਹ ਜਿੱਧਰ ਨੂੰ ਮਨ ਚਾਹੇ, ਜਿੱਧਰ ਨੂੰ ਉਹਦਾ ਆਪਣਾ ਇਰਾਦਾ ਬਣਦਾ ਹੈ, ਉੱਧਰ ਨੂੰ ਉਡਾਰੀ ਲਾ ਜਾਂਦਾ। ਉਸ ਪੰਛੀ ਦੀ ਤਰ੍ਹਾਂ ਕਬੀਰ ਸਾਹਿਬ ਨੇ ਇਸ ਮਨ ਨੂੰ ਆਖਿਆ। ਤੇ ਕਬੀਰ ਸਾਹਿਬ ਜਦੋਂ ਪੰਛੀ ਦੇ ਨਾਲ ਇਸ ਮਨ ਦੀ ਤੁਲਨਾ ਦਿੰਦੇ ਨੇ ਨਾ, ਤੇ ਨਾਲ ਇਹ ਵੀ ਆਖਦੇ ਨੇ ਵੀ ਜਿਵੇਂ ਪੰਛੀ ਜਿਹੋ ਜਿਹੇ ਪੇੜ ਪੌਦੇ ਤੇ ਜਾ ਕੇ ਬੈਠਦਾ ਹੈ, ਉਹਨੂੰ ਉਹੋ ਜਿਹੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਤੇ ਹੈਰਾਨਗੀ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਡਦੀ ਹੋਈ ਪੰਛੀਆਂ ਦੀ ਡਾਰ ਨੂੰ ਵੇਖਿਆ। ਉੱਡਦੀ ਹੋਈ ਉਹਨਾਂ ਪੰਛੀਆਂ ਦੀ ਉਡਾਰ ਜਿਹੜੀ ਸੀ ਉਹ ਜਾ ਕੇ ਇੱਕ ਸਿੰਮਲ ਦੇ ਪੌਦੇ ਤੇ ਦਰਖਤ ਦੇ ਉੱਪਰ ਜਾ ਕੇ ਬੈਠਦੀ ਹੈ। ਸਿੰਮਲ ਦੇ ਦਰਖਤ ਦੇ ਉਹਨਾਂ ਪੱਤਿਆਂ ਦੇ ਉੱਪਰ ਤਰੇਲ ਪਈ ਹੋਈ ਸੀ, ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ, ਚਮਕ ਰਹੇ ਸਨ, ਇਉਂ ਲੱਗਦਾ ਸੀ ਜਿਵੇਂ ਬੜੇ ਕੀਮਤੀ ਫਲ ਲੱਗੇ ਹੋਣ। ਤੋਤਿਆਂ ਨੇ ਪੰਖ ਫੈਲਾਏ, ਪੰਛੀਆਂ ਦੀ ਡਾਰ ਜਿਹੜੀ ਸੀ ਉੱਡੇ ਨੇ, ਜਾ ਕੇ ਉਸ ਦਰਖਤ ਦੇ ਨੇੜੇ ਪਹੁੰਚੇ ਨੇ, ਜਾ ਕੇ ਬੈਠੇ ਨੇ। ਕੀ ਦੇਖਦੇ ਨੇ? ਜਿਹੜੀ ਚੀਜ਼ ਵਾਸਤੇ ਅਸੀਂ ਇੱਥੇ ਆਏ ਸੀ ਉਹ ਤਾਂ ਹੈ ਹੀ ਕੋਈ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ ਨਾ, ਧਿਆਨ ਨਾਲ ਸਮਝਣਾ। ਭਾਵੇਂ ਕਿ ਪੰਛੀ ਜਿਹੋ ਜਿਹੇ ਪੇੜ ਤੇ ਜਾ ਕੇ ਬੈਠਦਾ ਹੈ, ਉਹਨੂੰ ਉਹੋ ਜਿਹੀ ਖੁਰਾਕ ਮਿਲਦੀ ਹੈ, ਪਰ ਪੰਛੀ ਇੰਨਾ ਵੀ ਅਣਜਾਣ ਨਹੀਂ ਹੁੰਦਾ ਵੀ ਉਹਨੂੰ ਇਉਂ ਹੋਵੇ ਕਿ ਇੱਥੇ ਖੁਰਾਕ ਵੀ ਨਹੀਂ ਤੇ ਇੱਥੇ ਬੈਠ ਕੇ ਆਪਣਾ ਸਮਾਂ ਬਰਬਾਦ ਕਰ ਲਵਾਂ। ਪੰਛੀ ਸਿਆਣਾ ਹੈ, ਉਹ ਜਾਣਦਾ ਵੀ ਮੇਰੀ ਇੱਥੇ ਖੁਰਾਕ ਨਹੀਂ ਹੈ, ਇੱਥੇ ਮੇਰਾ ਖਾਣਾ ਨਹੀਂ ਹੈ। ਫਿਰ ਪੰਛੀ ਉਡਾਰੀ ਲਾਉਂਦਾ ਹੈ, ਉੱਥੋਂ ਉੱਡ ਜਾਂਦਾ ਹੈ। ਮਹਾਰਾਜ ਆਖਦੇ ਇਹਨਾਂ ਤੋਤਿਆਂ ਦੀ ਡਾਰ ਜਿਹੜੀ ਸੀ ਇਕੱਠੀ ਹੋ ਕੇ ਜਾ ਕੇ ਸਿੰਮਲ ਦੇ ਦਰਖਤ ਦੇ ਉੱਪਰ ਬੈਠੀ ਹੈ। ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਬੜਾ ਉੱਚਾ ਲੰਬਾ ਸੀ ਇਹ, ਬੜਾ ਦੀਰਘ ਸੀ, ਵੇਖਣ ਨੂੰ ਬੜਾ ਸੁੰਦਰ ਲੱਗਦਾ ਸੀ। ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ। ਓਏ ਜੇ ਆਵੇਂ ਦਾ ਅਰਥ ਹੈ ਉਹਨਾਂ ਪੰਛੀਆਂ ਦੀ ਡਾਰ ਆਸ ਕਰਕੇ ਆਉਂਦੀ ਹੈ। ਜਾਹੀ ਨਿਰਾਸ਼ੇ ਕਿਤ, ਫਿਰ ਉਹ ਨਿਰਾਸ਼ੇ ਕਿਵੇਂ ਜਾਂਦੇ ਨੇ? ਨਿਰਾਸ਼ੇ ਵਾਪਸ ਮੁੜ ਜਾਂਦੇ ਨੇ, ਕਿਉਂਕਿ ਉਹਦੇ
ਕੋਲ ਕੋਈ ਗੁਣ ਨਹੀਂ ਹੈ, ਉਹਦੇ ਕੋਲ ਕੋਈ ਰਸ ਨਹੀਂ ਹੈ, ਉਹਦੇ ਕੋਲ ਕੋਈ ਮਿਠਾਸ ਦੇ ਫਲ ਨਹੀਂ ਹਨ। ਫਲ ਫਿੱਕੇ ਫੁੱਲ ਬੱਕ ਬੱਕੇ। ਸਤਿਗੁਰੂ ਆਖਦੇ ਉਹਦੇ ਫਲ ਫਿੱਕੇ ਹਨ ਤੇ ਫੁੱਲ ਵੀ ਬੱਕ ਬੱਕੇ ਨੇ, ਭਾਵ ਜਿਨ੍ਹਾਂ ਦਾ ਕੋਈ ਸਵਾਦ ਟੇਸਟ ਹੀ ਨਹੀਂ ਹੈ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇਂ ਪੱਤ। ਉਹਨਾਂ ਦੇ ਉਸ ਸਿੰਬਲ ਦੇ ਪੌਦੇ ਦੇ ਦਰਖਤ ਦੇ ਜਿਹੜੇ ਪੱਤਰ ਨੇ ਉਹ ਵੀ ਕਿਸੇ ਕੰਮ ਦੇ ਨਹੀਂ ਉਹਨਾਂ ਦੇ ਲਈ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸ਼ੇ ਕਿਤ। ਮਹਾਰਾਜ ਕਹਿੰਦੇ ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇਂ ਪੱਤ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਪੰਛੀ ਦਾ ਉਡਾਰੀ ਲਾਉਣਾ ਗੁਨਾਹ ਨਹੀਂ ਹੈ। ਗੁਨਾਹ ਇਹ ਹੈ ਕਿ ਜਦੋਂ ਪੰਛੀ ਨੂੰ ਇਹ ਹੀ ਨਹੀਂ ਪਤਾ ਵੀ ਜਿਸ ਥਾਂ ਤੇ ਮੇਰਾ ਭੋਜਨ ਹੀ ਨਹੀਂ ਹੈ, ਜਦੋਂ ਪੰਛੀ ਉੱਥੇ ਸਮਾਂ ਬਰਬਾਦ ਕਰ ਦੇਵੇ ਤੇ ਇਹ ਗੱਲ ਗੁਨਾਹ ਬਣ ਜਾਂਦੀ ਹੈ। ਮਨ ਦਾ ਉਡਾਰੀ ਲਾਉਣਾ ਵੀ ਕੋਈ ਗੁਨਾਹ ਨਹੀਂ ਹੈ, ਪਰ ਮਨ ਦੀ ਉਡਾਰੀ ਉਦੋਂ ਗੁਨਾਹ ਬਣ ਜਾਂਦੀ ਹੈ ਜਦੋਂ ਮਨ ਉਹਨਾਂ ਥਾਵਾਂ ਨੂੰ ਭਟਕ ਜਾਂਦਾ ਹੈ ਜਿਨ੍ਹਾਂ ਥਾਵਾਂ ਤੇ ਬੈਠ ਕੇ ਮਨ ਦੀ ਖੁਰਾਕ ਹੀ ਨਹੀਂ ਪੂਰੀ ਹੁੰਦੀ। ਅਕਸਰ ਹੀ ਬੰਦਾ ਸੱਥਾਂ ਦੇ ਵਿੱਚ ਵੱਧ ਬੈਠਦਾ ਹੈ। ਕਿਉਂ ਬੈਠਦਾ ਹੈ? ਕਿਉਂਕਿ ਉਹਦਾ ਸੋਚ ਅੰਦਰੋਂ ਫੁਰਨਾ ਆਇਆ, ਮਨ ਵਿੱਚ ਖਿਆਲ ਆਇਆ, ਮਨ ਨੇ ਪ੍ਰੇਰਨਾ ਦਿੱਤੀ ਹੈ ਚੱਲ ਜਾ ਕੇ ਕਿਸੇ ਸੱਥ ਵਿੱਚ ਬੈਠ, ਕੋਈ ਇਧਰੋਂ ਦੀ ਗੱਲ ਕੋਈ ਉਧਰੋਂ ਦੀ ਗੱਲ, ਸਾਰੀਆਂ ਇਕੱਠੀਆਂ ਕਰ, ਕੰਨਾਂ ਨਾਲ ਸੁਣ। ਇਹ ਰਸ ਬਣ ਗਿਆ। ਸੱਥਾਂ ਦੇ ਵਿੱਚ ਲੋਕਾਂ ਦਾ ਇਕੱਠੇ ਹੋਣਾ ਸਿਆਣਪ ਨਹੀਂ ਹੈ, ਮਾਫ ਕਰਨਾ। ਸਿਆਣਪ ਦੀ ਗੱਲ ਹੋਵੇ ਤੇ ਤਾਂ ਆਖਿਆ ਜਾਂਦਾ ਵੀ ਇਹ ਸੱਚੇ ਬੰਦਿਆਂ ਦੀ ਸੱਥ ਹੈ। ਇੱਥੇ ਧਰਮ ਦੀਆਂ ਗੱਲਾਂ ਚੱਲਦੀਆਂ ਨੇ, ਇੱਥੇ ਨੇਕੀ ਸੱਚਾਈ ਦੀਆਂ ਗੱਲਾਂ ਚੱਲਦੀਆਂ ਨੇ, ਇੱਥੇ ਤਾਂ ਆਪਣੀ ਨੌਜਵਾਨੀ ਨੂੰ ਰਾਹ ਪਾਉਣ ਦੀਆਂ ਗੱਲਾਂ ਚੱਲਦੀਆਂ ਨੇ, ਬੱਚਿਆਂ ਨੂੰ ਜਨਰੇਸ਼ਨ ਨੂੰ ਕਿਵੇਂ ਬਚਾਉਣਾ ਇਹ ਗੱਲਾਂ ਚੱਲਦੀਆਂ ਨੇ। ਫਿਰ ਸੱਥਾਂ ਵਿੱਚ ਬੈਠਣਾ ਗੁਨਾਹ ਨਹੀਂ ਹੈ। ਪੁਰਾਣੇ ਸਮਿਆਂ ਦੇ ਅੰਦਰ ਸੱਥਾਂ ਲੱਗਦੀਆਂ ਸੀ ਤੇ ਸੱਥਾਂ ਦੇ ਵਿੱਚ ਇੱਕ ਬੰਦਾ ਪੋਥੀ ਪੜ੍ਹਦਾ ਸੀ, ਦੂਜਾ ਉਹਦੇ ਅਰਥ ਕਰਦਾ ਸੀ। ਨਹੀਂ ਤਾਂ ਕਿਧਰੇ ਹਿਸਟਰੀ ਨੂੰ ਪੜ੍ਹ ਕੇ ਵੇਖ ਲਿਓ, ਵਾਚ ਕੇ ਵੇਖ ਲਿਓ। ਸੱਥਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਸੀ। ਸ਼ਾਮਾਂ ਦੇ ਵਕਤ ਇੱਕ ਬੰਦਾ ਉੱਚੀ ਥਾਂ ਤੇ ਖੜ ਜਾਂਦਾ ਸੀ ਤੇ ਇੱਕ ਬੰਦਾ ਪੋਥੀ ਪੜ੍ਹਦਾ ਸੀ, ਦੂਜਾ ਉਹਦੇ ਅਰਥ ਕਰਦਾ ਸੀ ਤੇ ਸਾਰਿਆਂ ਨੂੰ ਸੰਬੋਧਨ ਹੋ ਕੇ ਦੱਸਦਾ ਸੀ ਆਹ ਗੱਲ ਚੰਗੀ ਹੈ ਤੇ ਆਹ ਗੱਲ ਮਾੜੀ ਹੈ। ਇਹਨਾਂ ਸੱਥਾਂ ਵਿੱਚ ਬੈਠਣਾ ਕੋਈ ਗੁਨਾਹ ਨਹੀਂ ਹੈ। ਪਰ ਜਿਨ੍ਹਾਂ ਸੱਥਾਂ ਦੇ ਵਿੱਚ ਤਾਸ਼ ਦੇ ਪੱਤੇ ਕੁੱਟੇ ਜਾਂਦੇ ਹੋਣ, ਜਿਨ੍ਹਾਂ ਸੱਥਾਂ ਦੇ ਵਿੱਚ ਬੈਠ ਕੇ ਰਾਜਨੀਤੀ ਦਾ ਝੂਠ ਸੱਚ, ਇੱਕ ਦੂਜੇ ਨਾਲ ਲੜਾਈ ਝਗੜਾ, ਤੂੰ ਨੀਵਾਂ ਮੈਂ ਉੱਚਾ, ਤੂੰ ਬੁਰਾ ਮੈਂ ਭਲਾ, ਤੇਰੀ ਪਾਰਟੀ ਚੰਗੀ ਨਹੀਂ ਹੈ ਸਾਡੀ ਪਾਰਟੀ ਚੰਗੀ, ਇਤਿਆਦਿਕ ਗੱਲਾਂ ਜਿਨ੍ਹਾਂ ਸੱਥਾਂ ਵਿੱਚ ਹੁੰਦੀਆਂ ਹੋਣ, ਸਮਝ ਲਓ ਮਨ ਨੇ ਡਾਇਰੈਕਸ਼ਨ ਗਲਤ ਦੇ ਦਿੱਤੀ ਹੈ। ਮਨ ਉਲਟ ਪਾਸੇ ਲੈ ਗਿਆ, ਮਨ ਦੀ ਦਿਸ਼ਾ ਜਿਹੜੀ ਮਾੜੀ ਹੋ ਗਈ ਹੈ। ਜਿੱਥੇ ਤਰ੍ਹਾਂ ਤਰ੍ਹਾਂ ਦੀ ਚੁਗਲੀ ਨਿੰਦਿਆ ਦੀ ਇੱਕ ਬੰਦਾ ਗੱਲ ਰੱਖਦਾ ਹੋਵੇ ਤੇ ਦੂਜਾ ਚੁੱਕਦਾ ਹੋਵੇ, ਸਮਝ ਲੈਣਾ ਵੀ ਮਨ ਉਲਟ ਪਾਸੇ ਜਾ ਕੇ ਬੈਠ ਗਿਆ। ਮਨ ਉਸ ਪੇੜ ਪੌਦੇ ਦੇ ਉੱਪਰ ਜਾ ਕੇ ਬੈਠ ਗਿਆ ਜਿਹਦੇ ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇਂ ਪੱਤ। ਫਿਰ ਇਹਦਾ ਅਰਥ ਹੈ ਪੰਛੀ ਬਹੁਤ ਸਿਆਣੇ ਸਨ ਜਿਨ੍ਹਾਂ ਨੇ ਵੇਖਿਆ ਵੀ ਸਿੰਬਲ ਦੇ ਦਰਖਤ ਤੋਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਸਿੰਬਲ ਦੇ ਪੌਦੇ ਦੇ ਨਾ ਫੁੱਲ ਕਿਸੇ ਕੰਮ ਦੇ, ਨਾ ਫਲ ਕਿਸੇ ਕੰਮ ਦੇ, ਨਾ ਪੱਤੇ ਕਿਸੇ ਕੰਮ ਦੇ। ਸਿਆਣੇ ਪੰਛੀਆਂ ਨੇ ਪੰਖ ਫਲਾਏ ਤੇ ਉਡਾਰੀ ਮਾਰੀ, ਦੌੜ ਗਏ। ਉਹ ਕਹਿੰਦੇ ਸਾਡਾ ਤੇਰੇ ਨਾਲ ਕੋਈ ਨਾਤਾ ਨਹੀਂ, ਕਿਉਂਕਿ ਸਾਡੀ ਖੁਰਾਕ ਨਹੀਂ ਹੈ ਤੇਰੇ ਕੋਲ। ਤੋਤੇ ਤਾਂ ਹਮੇਸ਼ਾ ਬਾਗਾਂ ਦੇ ਵਿੱਚ ਜਾ ਕੇ ਬੋਲਦੇ ਨੇ, ਬੈਠਦੇ ਨੇ ਉਹਨਾਂ ਥਾਵਾਂ ਤੇ ਜਿੱਥੇ ਮਿੱਠੇ ਰਸ ਭਰੇ ਫਲ ਪ੍ਰਾਪਤ ਹੁੰਦੇ ਨੇ, ਔਰ ਉਹਨਾਂ ਨੂੰ ਉਡਾਉਣ ਵਾਲਾ ਵੀ ਕੋਈ ਆ ਜਾਵੇ ਨਾ ਵੀ ਉੱਡ ਜਾਓ ਇੱਥੋਂ, ਦੌੜ ਜਾਓ ਇਸ ਬਾਗ ਦੇ ਵਿੱਚੋਂ, ਪਰ ਫਿਰ ਇੱਧਰੋਂ ਉਡਾਰੀ ਲਾ ਕੇ ਫਿਰ ਆ ਜਾਂਦੇ ਨੇ ਉੱਥੇ ਹੀ। ਕਿਉਂ ਆਉਂਦੇ ਨੇ? ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਮਨ ਦੀ ਖੁਰਾਕ ਜਿਹੜੀ ਹੈ ਨਾ, ਉਹ ਹੈ ਗੁਰਮਤ ਦਾ ਰਾਹ, ਉਹ ਹੈ ਗੁਰੂ ਕੀ ਬਾਣੀ ਦਾ ਖਜ਼ਾਨਾ, ਉਹ ਹੈ ਚੰਗੀਆਂ ਗੱਲਾਂ, ਨੈਤਿਕ ਗੱਲਾਂ, ਉਹ ਗੱਲਾਂ ਜਿਹੜੀਆਂ ਤੈਨੂੰ ਤੇਰੇ ਜੀਵਨ ਨੂੰ ਸੁਧਾਰ ਦੇਣ ਤੇ ਤੈਨੂੰ ਹਰ ਰੋਜ਼ ਨਵੀਂ ਨਰੋਈ ਖੁਰਾਕ ਦੇਣ। ਉਹ ਗੱਲਾਂ ਤੇਰੇ ਮਨ ਦਾ ਅਸਲ ਦੇ ਵਿੱਚ ਤੰਦਰੁਸਤੀ ਦਾ ਰਾਜ ਬਣਦੀਆਂ ਨੇ। ਪਰ ਬੰਦੇ ਨੇ ਕੀਤਾ ਕੀ ਹੈ? ਉਹ ਰਾਹ ਛੱਡ ਦਿੱਤਾ ਹੈ ਜਿਸ ਰਾਹ ਤੇ ਚੱਲਦੇ ਆ। ਗੁਰੂ ਗਰੀਬ ਨਵਾਜ ਸੱਚਾ ਪਾਤਸ਼ਾਹ ਜੀ ਨੇ ਨਾ ਇਸਲਾਮ ਮਤ ਦੀ ਤੇ ਹਿੰਦੂ ਮਤ ਦੀ ਉਦਾਹਰਣ ਦਿੰਦੇ ਆ ਬਹੁਤ ਕੀਮਤੀ ਬਾਤ ਆਖੀ।
ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਣ। ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ ਸਤਿਗੁਰੂ ਮਹਾਰਾਜ ਨੇ। ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਣ। ਤਰੀਕਤ ਕਹਿੰਦੇ ਨੇ ਇਸਲਾਮ ਦੇ ਵਿੱਚ ਰੱਬ ਨੂੰ, ਖੁਦਾ ਦੇ ਰਾਹ ਵੱਲ ਨੂੰ ਜਾਂਦੇ ਰਸਤੇ ਦੇ 4 ਦਰਜੇ ਦੱਸੇ ਗਏ ਨੇ। ਖੁਦਾ ਦੇ ਰਸਤੇ ਤੇ ਜਿਹੜੇ ਚੱਲਣ ਵਾਲੇ ਨੇ ਉਹਨਾਂ ਨੂੰ ਪਤਾ ਹੈ ਉਹ ਖੁਦਾ ਦੇ ਘਰ ਨੂੰ ਜਿਹੜਾ ਰਾਹ ਜਾਂਦਾ ਨਾ ਉਹਦੇ 4 ਦਰਜੇ ਵੱਖਰੇ ਵੱਖਰੇ ਉਹਨਾਂ ਨੇ ਬਿਆਨ ਕੀਤੇ ਨੇ। ਪਹਿਲਾ ਜਿਹੜਾ ਉਹਨਾਂ ਨੇ ਦਰਜਾ ਬਿਆਨ ਕੀਤਾ ਹੈ, ਉਹਨਾਂ 4 ਦਾ ਜ਼ਿਕਰ ਆਉਂਦਾ ਹੈ। ਇੱਕ ਦਾ ਨਾਮ ਤਰੀਕਤ ਹੈ, ਹਕੀਕਤ ਹੈ, ਇੱਦਾਂ ਕਰਕੇ ਨਾਮ ਆਉਂਦੇ ਨੇ। ਤੋ ਸਤਿਗੁਰੂ ਮਹਾਰਾਜ ਨੇ ਜਿਹੜਾ ਸ਼ਰੀਅਤ ਹੈ, ਇੱਕ ਦਾ ਨਾਮ ਸ਼ਰੀਅਤ ਵੀ ਆਉਂਦਾ ਹੈ। ਇਹਨਾਂ 4 ਦਰਜਿਆਂ ਦੇ ਵਿੱਚੋਂ ਨਾ ਜਿਹੜਾ ਦੂਜਾ ਦਰਜਾ ਹੈ ਉਹ ਹੈ ਤਰੀਕਤ। ਤੇ ਇਹਦੇ ਗੁਣ ਕੀ ਨੇ? ਮਨੁੱਖ ਨੇ ਆਪਣੇ ਮਨ ਨੂੰ, ਸੁਭਾਅ ਨੂੰ ਚੰਗਾ ਬਣਾਉਣਾ। ਸੁਭਾਅ ਨੂੰ ਚੰਗਾ ਬਣਾਉਣ ਦੇ ਉਪਾਅ ਦੱਸੇ ਗਏ ਤਰੀਕਤ ਦੇ ਵਿੱਚ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਦਾਹਰਣ ਦਿੱਤੀ ਹੈ। ਕਹਿਣ ਲੱਗੇ ਚੰਗਾ ਮੁਸਲਮਾਨ ਤਾਂ ਹੀ ਹੈ ਜੇ ਤਰੀਕਤ ਦੇ ਰਸਤੇ ਤੇ ਚੱਲਦਾ ਹੈ। ਜੇ ਤਰੀਕਤ ਦਾ ਰਾਹ ਪਕੜ ਕੇ ਤੁਰਦਾ ਹੈ ਨਾ, ਚੰਗਾ ਮੁਸਲਮਾਨ ਤਾਂ ਹੈ। ਬਹੁਤ ਸੋਹਣਾ ਬਚਨ ਆਖਿਆ ਗਰੀਬ ਨਵਾਜ ਨੇ। ਇਸ ਤੋਂ ਬਾਅਦ ਸਾਰੀ ਮਨੁੱਖਤਾ ਨੂੰ ਇੱਕ ਸੁਨੇਹਾ ਦਿੱਤਾ ਹੈ। ਸਾਰੀ ਮਨੁੱਖਤਾ ਦੀ ਝੋਲੀ 'ਚ ਇੱਕ ਸੁਨੇਹਾ ਪਾਇਆ ਜਿਹੜਾ ਕਿ ਹਿੰਦੂ ਮੁਸਲਮਾਨ ਕਿਸੇ ਮਤ ਦਾ ਮੁਤਾਜ ਨਹੀਂ, ਉਹ ਸਾਰੀ ਮਾਨਵਤਾ ਦੇ ਲਈ ਹੈ, ਸਾਂਝੇ ਤੌਰ ਤੇ। ਤੇ ਉਹ ਸੁਨੇਹਾ ਹੈ, ਮਹਾਰਾਜ ਕਹਿੰਦੇ ਮਨ ਸਮਝਾਵਣ ਕਾਰਣੇ ਕਛੁਅਕ ਪੜੀਏ ਗਿਆਨ। ਵੀ ਮਨ ਨੂੰ ਸਮਝਾਉਣ ਦੇ ਲਈ, ਮਨ ਨੂੰ ਚੰਗਾ ਬਣਾਉਣ ਦੇ ਲਈ ਕੁਝ ਗਿਆਨ ਦੀ ਗੱਲ, ਗਿਆਨ ਦੀਆਂ, ਸਮਝਦਾਰੀ ਦੀਆਂ ਗੱਲਾਂ ਬੰਦੇ ਦੇ ਜੀਵਨ ਵਿੱਚ ਹੋਣੀਆਂ ਚਾਹੀਦੀਆਂ। ਚੰਗਾ ਮੁਸਲਮਾਨ ਉਹ ਹੈ ਜਿਹੜਾ ਤਰੀਕਤ ਦੇ ਰਸਤੇ ਤੇ ਚੱਲਦਾ ਹੈ। ਚੰਗਾ ਹਿੰਦੂ ਉਹ ਹੈ ਜਿਹੜਾ ਵੇਦਾਂ ਤੇ ਪੁਰਾਣਾਂ ਦੀ ਖੋਜ ਦੇ ਵਿੱਚ ਆਪਣੇ ਮਨ ਨੂੰ ਪਰੋ ਕੇ ਰੱਖਦਾ ਹੈ। ਬੜੇ ਸੋਹਣੇ ਬਚਨ ਆਖੇ। ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਣ। ਮਨ ਸਮਝਾਵਣ ਕਾਰਣੇ ਕਛੁਅਕ ਪੜੀਏ ਗਿਆਨ। ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ। ਇਹ ਮਹਾਰਾਜ ਨੇ ਬਚਨ ਆਖਿਆ ਮਨ ਸਾਧੇ ਸਿੱਧ ਹੋਏ। ਜੇ ਮਨ ਸਾਧ ਲਿਆ ਨਾ, ਮਨ ਚੰਗਾ ਬਣਾ ਲਿਆ, ਫਿਰ ਸਿੱਧੀ ਹੈ। ਸਿੱਧੀ ਦਾ ਅਰਥ ਹੈ ਸਫਲਤਾ ਹੈ। ਫਿਰ ਤਾਂ ਮਨੁੱਖ ਜੀਵਨ 'ਚ ਸਫਲ ਹੋ ਗਿਆ ਜੇ ਮਨ ਨੂੰ ਸਾਧ ਲਿਆ। ਤੇ ਮਨ ਸਾਧੇ ਸਿੱਧ ਹੋਏ, ਇਹ ਬਚਨ ਗੁਰੂ ਪਾਤਸ਼ਾਹ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਬਖਸ਼ਿਆ। ਔਰ ਕਿਹਨੂੰ ਬਖਸ਼ਿਆ ਹੈ? ਸਾਨੂੰ ਸਭਨਾਂ ਨੂੰ। ਆਪਣੇ ਮਨ ਨੂੰ ਸਵਾਰਨਾ ਹੈ, ਮਨ ਨੂੰ ਸ਼ਿੰਗਾਰਨਾ ਹੈ। ਦੁਨੀਆ ਭਰ ਦੇ ਵਿੱਚ, ਸੰਸਾਰ ਦੇ ਵਿੱਚ ਭਾਵੇਂ ਸਮਾਜਿਕ ਤੌਰ ਤੇ ਕਿਸੇ ਬੰਦੇ ਨੇ ਪਾਰਟੀ ਸ਼ਾਮਲ ਹੋਣਾ ਹੋਵੇ ਨਾ, ਸ਼ਿੰਗਾਰ ਦਾ ਕੇਵਲ ਦੇਹੀ ਨੂੰ ਹੀ ਹੈ। ਧਿਆਨ ਦਿਓ, ਧਾਰਮਿਕ ਸਮਾਗਮ ਦੇ ਵਿੱਚ ਬੰਦੇ ਨੇ ਸ਼ਾਮਲ ਹੋਣਾ ਹੋਵੇ ਤੇ ਧਾਰਮਿਕ ਚਿੰਨ੍ਹ ਧਾਰਨ ਕਰਕੇ ਦੇਹੀ ਨੂੰ ਹੀ ਸ਼ਿੰਗਾਰ ਕੇ ਜਾਂਦਾ ਹੈ। ਮਾਫ ਕਰਿਓ, ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਮਨ ਨੂੰ ਸ਼ਿੰਗਾਰ, ਮਨ ਨੂੰ ਸੋਹਣਾ ਬਣਾ। ਬੰਦਾ ਤੇ ਚਿਹਰੇ ਨੂੰ ਸਾਫ਼ ਸੁਥਰਾ ਕਰਦਾ ਹੈ, ਸਰੀਰ ਨੂੰ ਸਾਫ਼ ਸੁਥਰਾ ਕਰਦਾ ਹੈ। ਇਸ ਸਰੀਰ ਦੇ ਸ਼ਿੰਗਾਰ ਤੇ ਸਾਰਾ ਜ਼ੋਰ ਲੱਗਾ ਬੰਦੇ ਦਾ। ਇਹਨੂੰ ਚੰਗਾ ਬਣਾਵਾਂ, ਲੋਕ ਮੇਰੇ ਵੱਲ ਵੇਖਣ, ਮੈਨੂੰ ਸੋਹਣਾ ਆਖਣ, ਮੈਨੂੰ ਇਉਂ ਆਖਣੇ ਨੇ ਸ਼ਿੰਗਾਰ ਬੜਾ ਕੀਤਾ ਹੈ। ਪਰ ਹੱਦ ਹੋ ਗਈ ਹੈ। ਗੁਰੂ ਪਾਤਸ਼ਾਹ ਤਾਂ ਇਹ ਕਹਿੰਦੇ ਵੀ ਤੂੰ ਮਨ ਦਾ ਸ਼ਿੰਗਾਰ ਕਰ। ਤੇ ਜਦੋਂ ਮਨ ਹੀ ਚੰਗਾ ਬਣ ਗਿਆ, ਮਨ ਨੂੰ ਸਿੱਧੀ ਮਿਲ ਗਈ, ਮਨ ਨੂੰ ਸਫਲਤਾ ਮਿਲ ਗਈ, ਫਿਰ ਇਹ ਮਨ ਅਕਾਲ ਪੁਰਖ ਵਾਹਿਗੁਰੂ ਦਾ ਸਵਰੂਪ ਜਾਣ ਲਵੇ। ਇਹ ਉਸ ਆਨੰਦ ਚਿੱਤ ਪ੍ਰਮਾਤਮਾ ਦਾ ਸਰੂਪ ਬਣ ਗਿਆ। ਅਜੇ ਤਾਂ ਇਹ ਸ਼ਕਤੀ ਬਣਿਆ ਹੋਇਆ ਨਾ, ਅਜੇ ਤੇ ਮਾਇਆ ਹੈ। ਤੇ ਮਾਇਆ ਬੰਦੇ ਨੂੰ ਥਾਂ ਥਾਂ ਤੇ ਭਟਕਾ ਰਹੀ ਹੈ। ਮਾਇਆ ਹੀ ਤੇ ਮਨੁੱਖ ਨੂੰ ਉਲਝਾ ਰਹੀ ਹੈ। ਮਾਇਆ ਹੀ ਤੇ ਮਨੁੱਖ ਦੇ ਮਨ 'ਚ ਕਿਤੇ ਨਾ ਕਿਤੇ ਵਿਗਾੜ ਪਾ ਰਹੀ ਹੈ। ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਜ਼ਿਕਰ ਕਰਦੇ ਹਨ, ਮਨ ਸਮਝਾਵਣ ਕਾਰਣੇ ਕਛੁਅਕ ਪੜੀਏ ਗਿਆਨ। ਗਿਆਨ ਦਾ ਹੋਣਾ ਬੜਾ ਜ਼ਰੂਰੀ ਹੈ। ਗਿਆਨ ਦੇ ਕਈ ਤਰ੍ਹਾਂ ਦੇ ਰੂਪ ਨੇ। ਅਸੀਂ ਗਿਆਨ ਨੂੰ ਇਉਂ ਕੁਝ ਆਪਣਾ ਆਪਣਾ ਨਜ਼ਰੀਆ ਗਿਆਨ ਨੂੰ ਹਾਸਲ ਕਰਨ ਦਾ, ਹਰ ਬੰਦੇ ਦਾ ਨਜ਼ਰੀਆ ਹੈ। ਬਹੁਤ ਸਾਰੇ ਲੋਕਾਂ ਦੇ ਕੋਲ ਗਿਆਨ ਹੁੰਦਾ ਹੈ, ਪਰ ਗਿਆਨ ਗੁਰੂ ਗਿਆਨ ਹਾਸਲ ਕਰੀਏ ਜਿਹਨੇ ਸਾਡਾ ਜੀਵਨ ਸਵਾਰਨਾ ਹੈ। ਗਿਆਨ ਤਾਂ ਬੜੇ ਲੋਕਾਂ ਕੋਲ, ਚੋਰ ਕੋਲ ਵੀ ਗਿਆਨ ਹੈ,
ठग कोल भी ज्ञान है, रिश्वतखोर कोल भी ज्ञान है, बड़े लोगों के कोल ज्ञान है, अनपढ़ बंदे दे कोल भी ज्ञान हुंदा है, पर वो ज्ञान केवल साडियां लोड़ां तक सीमित हुंदा है, सरीरक लोड़ां तक। एक ज्ञान वो है जिहड़ा साडे मानसिक लोड़ां दे लई बड़ा अत्यंत जरूरी है, वो है गुरबाणी दा ज्ञान। गुरबाणी ज्ञान जिन्हों महाराज दी बाणी ने आख्या, गुर बिन ज्ञान न होए, कुंभे बद्दा जल रहे, जल बिन कुंभ न होए, ज्ञान का बद्दा मन रहे, गुर बिन ज्ञान न होए। वो ज्ञान गुरु तो बिना नहीं मिलता, गुरु दे चरनी लग्या, गुरु दे सन्मुख बैठिया, गुरु पातशाह दी सिफत सलाह दे विचों, गुरु की बाणी नूं पढ़ सुन के विचार के, वो अध्यात्मक ज्ञान जिसने साडे मन नूं सवार देना है, जिन्हें साडे मन की तंदुरुस्ती का राज बनना है। तो खैर जिहड़ा श्लोक भगत फरीद साहब जी ने अज साडे हिरदे की झोली विच पाया है, फरीद साहब कहंदे, फरीदा सिर पलिया। सिर पलिया दा अर्थ है चिट्टा हो गया, सिर भी चिट्टा हो गया। सिर पलिया, दाढ़ी पली, दाढ़ी भी चिट्टी हो गई, मुच्छां भी पलियां, मुच्छां भी चिट्टियां हो गई। इहदा अर्थ है भी फरीद साहब ने इशारा उस पासे नूं कीता है जिहड़ी बुढ़ापे की अवस्था शुरू हुंदी है। अज भावें सरीरक तौर ते बहुत सारे लोग ने सरीरक कमजोरियां करके छोटी उम्र दे विच बच्चों के भी केस चिट्टे हुंदे जांदे ने, पर जिहड़े समय की गल बाबा फरीद साहब जी ने तजर्बे दे विचों कीती है, पर यह बहुत घट ने जिहड़े छोटी उम्र के बच्चों के केस चिट्टे हुंदे ने। जिहड़े तजर्बे चों बाबा फरीद साहब गल कर रहे ना, वो बुढ़ापे की गल कर रहे हैं, क्योंकि बुढ़ापे के समय मुच्छां भी चिट्टियां हो जांदियां, दाढ़ी भी चिट्टी हो जाती, सिर दे केस भी चिट्टे हो जाते हैं, पर मन की कालख उवें ही रहिंदी है, मन ते काला ही रहिंदा है। बंदा बाहरों सारा ही चिट्टा हो गया, मन अजे भी काला ही पिया है, मन की कालख उदां ही बरकरार है। फरीदा सिर पलिया, दाढ़ी पली, मुच्छां भी पलियां, ते मन नूं संबोधन होके बाबा फरीद साहब आखदे, तू किड्डी माड़ी हालत कीती हुई है, इस शरीर नूं रोल दिता है, बुढ़ापे वालों वध गया, पर तू अपने काम मेरे मना छड्डे नहीं। शरीर बजुर्गी वालों वध गया है, मंजे ते पिया होया है, तुरया नहीं जाता, बोलिया नहीं जाता, गला भर जाता है, गल नहीं आउंदी, अखां चों पानी वहिंदा है, पर मन की कालख दूर हो गई है। बाबा फरीद साहब कहते, मना तू हजे भी दुखी कर रहा, अजे भी दुखी कर रहा तू। सिर पलिया, दाढ़ी पली, मुच्छां भी पलियां, रे मन गहले, गहले का अर्थ है हे मूर्ख मना, रे मन गहले बावले, कमलिया, हे मेरे कमलिया मना, हे मेरे मूर्ख मना, माने क्या रलियां, तू अजे भी रलियां माणदा फिरदा है, अजे भी रंग मौजां विच भज्जा फिरदा है, अजे भी कहना भी मैं आहो, अजे बहुत कुछ वेखना है, अजे बहुत कुछ वेख लवां। शरीर हड्ड कड़क गए ने तेरे, शरीर कमजोर हो चुका है, पर मेरे मना तू अजे भी उदां ही भटकिया फिरदा है, अजे भी तू कहना मौज मस्तियां कर लवां। अजे कुछ गल्लां ना सानू दंद कथावां दे रूप विच ही साडे करैक्टर नालों तोड़ दिंदियां ने, साडे करैक्टर ते इखलाक तो सानू नीवा कर दिंदियां ने। उन्होंने इहो कह लो भी गायकी के खेत्र में भी बहुत सारिया गल्लां इदां दियां हो गई, बहुत सारे कलाकार लोग जिहड़े ने ना समाज वालियां नूं उच्ची उच्ची बोल के लोकां नूं ये गल्लां समझा देंदे ने भी कोई गल नहीं, शरीर बुढ़ा हो गया, मन थोड़ी बुढ़ा होया है। असी सोचा भी बंदे दा मन बुढ़ा नहीं होना चाहिए। गौर करियो, वैसे सतगुरु महाराज ने बाणी च भी इहदा जिक्र किया है। सतगुरु कहते मनमुख बालक बिरध समान है, जिन्ना अंतर हर सुरत नाही। मनमुख बंदे ते बालक हुंदिया होया भी बजुर्गां तो भैड़े हो गए, जिन्हां दी अंदर सुरत ही नहीं टिकी। दूजे पासे ये भी आख्या गुरमुख बुढ़े कदे नाही, जिन्ना अंतर सुरत ज्ञान। जिन्हां दी सुरत दे विच ज्ञान आ गया, वो बजुर्ग हुंदे होए भी अपने आप नूं बजुर्ग नहीं समझते। पर यह नज़रिया है, इत्थे नज़रिए दे विच अंतर है।
ਭਾਈ ਮਨੀ ਸਿੰਘ 93 ਸਾਲ ਦੀ ਉਮਰ ਹੈ, ਪਰ ਇਉਂ ਨਹੀਂ ਮੰਨਦੇ ਵੀ ਮੈਂ ਬਜ਼ੁਰਗ ਹਾਂ। ਉਹ ਕਹਿੰਦੇ ਮੈਂ ਸਰੀਰ ਸਿੱਖੀ ਦੇ ਲੇਖੇ ਲਾਉਣ ਜਾ ਰਿਹਾ, ਮੈਨੂੰ ਕੋਈ ਚਿੰਤਾ ਨਹੀਂ। ਉਹ ਇਹ ਨਹੀਂ ਆਖਦੇ ਵੀ ਮੈਂ ਤਾਂ ਹੁਣ ਬਜ਼ੁਰਗ ਹਾਂ, ਮੇਰਾ ਕੰਮ ਇਹ ਥੋੜ੍ਹੀ ਹੈ। ਸਤਿਕਾਰਯੋਗ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਜ਼ਿਕਰ ਆਪਾਂ ਕਰਦੇ ਹਾਂ, 18 ਸੇਰ ਦਾ ਖੰਡਾ ਫੜ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ। ਕਿੰਨੀਆਂ ਕੁ ਹੋਰ ਹਸਤੀਆਂ ਦਾ ਇਤਿਹਾਸ ਵਿੱਚੋਂ ਜ਼ਿਕਰ ਕੀਤਾ ਜਾਵੇ ਵੀ ਜਿਹੜੀਆਂ ਵਡੇਰੀ ਉਮਰ ਦੇ ਵਿੱਚ ਜ਼ਿੰਦਗੀ ਆਪਣੀ ਧਰਮ ਦੇ ਲੇਖੇ ਲਾ ਗਈਆਂ। ਇਹ ਹੁਣ ਧਿਆਨ ਨਾਲ ਸਮਝਣਾ, ਇਹਨਾਂ ਨੂੰ ਬਾਣੀ ਨੇ ਆਖਿਆ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਗੁਰਮੁਖ ਜਨ ਕਦੇ ਬੁੱਢੇ ਨਹੀਂ ਗਿਣੇ ਜਾਂਦੇ, ਜਿਨ੍ਹਾਂ ਦੀ ਸੁਰਤ ਦੇ ਵਿੱਚ ਗਿਆਨ ਆ ਗਿਆ, ਜਿਨ੍ਹਾਂ ਨੇ ਹੱਕ ਸੱਚ ਦੀ ਲੜਾਈ ਲੜਦਿਆਂ ਜੂਝਦਿਆਂ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ। ਉਹਨਾਂ ਨੂੰ ਬੁੱਢੇ ਕਹਿਣਾ ਵੀ ਗੁਸਤਾਖੀ ਹੈ। ਪਰ ਮਾਫ ਕਰਿਓ, ਜਦੋਂ ਅਸੀਂ ਸਮਾਜਿਕ ਤੌਰ ਤੇ ਵੇਖਦੇ ਹਾਂ, ਜਦੋਂ ਸਮਾਜ ਵਿੱਚ ਵੇਖਦੇ ਹਾਂ, ਤੇ ਹਰ ਬੰਦੇ ਵਾਸਤੇ ਇਹ ਪੰਕਤੀ ਦੇ ਅਰਥ ਆਪਾਂ ਟੁਕਾਉਂਦੇ ਨਹੀਂ ਹੈ ਵੀ ਗੁਰਮੁਖ ਬੁੱਢੇ ਕਦੇ ਨਾਹੀਂ। ਇੱਥੇ ਤਾਂ ਬੁਢਾਪੇ ਦੀ ਉਮਰ ਤੱਕ ਵੀ ਬੰਦਾ ਮਨ ਦੀ ਕਾਲਖ ਨਹੀਂ ਛੱਡਦਾ ਕਿ ਉਹਨੂੰ ਆਖਾਂਗੇ ਇਹਨਾਂ ਦੇ ਅੰਦਰ ਸੁਰਤ ਗਿਆਨ ਹੈ। ਨਹੀਂ, ਸੁਰਤ ਗਿਆਨ ਨਾ ਹੋਣ ਕਰਕੇ ਤਾਂ ਹੀ ਤਾਂ ਬੁਢਾਪੇ ਦੀ ਉਮਰ ਵਿੱਚ ਵੀ ਕਾਲਖ ਖੱਟ ਰਹੇ ਨੇ। ਉਮਰ ਵਡੇਰੀ ਹੋ ਗਈ ਹੈ ਪਰ ਅਕਲ ਛੋਟੀ ਹੋ ਗਈ ਹੈ। ਮੈਂ ਅਰਜ਼ ਕਰ ਰਿਹਾ ਸੀ ਕੱਲ ਵੀ ਛੋਟੇ ਬੱਚਿਆਂ ਦੇ ਨਾਲ ਵੀ ਉਮਰਾਂ ਦੀ ਗੱਲ ਨਹੀਂ ਹੁੰਦੀ। ਉਮਰਾਂ ਦਾ ਜਿਹੜਾ ਵਾ, ਉਮਰਾਂ ਵੱਡੀਆਂ ਵੀ ਹੋ ਜਾਣ, ਅਕਲਾਂ ਦਾ ਸੰਬੰਧ ਉਮਰਾਂ ਦੇ ਨਾਲ ਨਹੀਂ ਹੁੰਦਾ। ਅਕਲ ਦਾ ਸੰਬੰਧ ਉਮਰ ਦੇ ਨਾਲ ਨਹੀਂ ਹੈ ਵੀ ਉਮਰ ਕਿੱਡੀ ਵੱਡੀ ਹੈ ਤੇ ਅਕਲ ਆ ਗਈ ਹੋਵੇਗੀ। ਜਿਨ੍ਹਾਂ ਨੂੰ ਅਕਲ ਆ ਗਈ ਉਹ ਤਾਂ 7 ਸਾਲ ਦੀ ਉਮਰ ਵਿੱਚ ਵੀ ਅਕਲ ਆ ਗਈ, ਜਿਨ੍ਹਾਂ ਨੂੰ ਨਹੀਂ ਆਈ ਉਹ ਤਾਂ 100-100 ਸਾਲ ਵੀ ਗੁਜ਼ਾਰ ਕੇ ਇੱਥੋਂ ਤੁਰ ਜਾਂਦੇ ਨੇ। ਇਹ ਠੀਕ ਹੈ ਕਿ ਸਾਨੂੰ ਘੜਿਆ ਘੜਾਇਆ ਸ਼ਬਦ ਇੱਕ ਲੱਭ ਗਿਆ ਵੀ ਬੰਦਾ ਸਿਆਣਾ ਹੈ। ਦਾੜੀ ਚਿੱਟੀ ਹੋ ਗਈ, ਮੁੱਛਾਂ ਚਿੱਟੀਆਂ ਹੋ ਗਈਆਂ, ਸਿਰ ਚਿੱਟਾ ਹੋ ਗਿਆ, ਕੱਪੜੇ ਚਿੱਟੇ ਪਾ ਲਏ, ਹੱਥ ਵਿੱਚ ਡੰਗੋਰੀ ਪਕੜ ਲਈ, ਐਨਕਾਂ ਲਾ ਲਈਆਂ। ਅਸੀਂ ਸੋਚਿਆ ਬੰਦਾ ਦਾਨਾ ਹੈ, ਸਿਆਣਾ ਹੈ, ਸਮਝਦਾਰ ਹੈ। ਅਸੀਂ ਘੜਿਆ ਘੜਾਇਆ ਸ਼ਬਦ ਉਹਦੇ ਵਾਸਤੇ ਵਰਤ ਲਿਆ ਵੀ ਸਿਆਣਾ ਬੰਦਾ ਹੈ। ਪਰ ਕਿਹੜਾ ਮਾਪਦੰਡ ਸੀ ਜਿਹੜਾ ਉਹਨੂੰ ਲਾ ਕੇ ਵੇਖਿਆ ਵੀ ਇਹ ਸਿਆਣਾ ਹੈ? ਗੌਰ ਕਰਿਓ ਸਾਧ ਸੰਗਤ, ਕਿਧਰੇ ਇੱਕ ਮਨੁੱਖ ਦੀ ਗੱਲ ਨਹੀਂ, ਦੁਨੀਆ ਭਰ ਦੇ ਇਹਨਾਂ ਮਨੁੱਖਾਂ ਦੀ ਗੱਲ ਹੈ। ਬਾਬੇ ਦੀ ਬਾਣੀ ਨੇ ਕੀਤੀ ਹੈ, ਸੰਸਾਰ ਦੇ ਮਨੁੱਖਾਂ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਬਾਹਰੀ ਦਾੜੀ ਵੀ ਚਿੱਟੀ ਹੈ, ਮੁੱਛਾਂ ਵੀ ਚਿੱਟੀਆਂ ਨੇ, ਸਿਰ ਵੀ ਚਿੱਟਾ ਹੋ ਗਿਆ, ਪਰ ਮਨ ਤਾਂ ਉਵੇਂ ਹੀ ਅਜੇ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਗੁੜੋਚ ਹੋਇਆ ਹੈ। ਇਹਨੂੰ ਸਿਆਣਾ ਕਹਿਣਾ ਕਿਧਰੇ ਗਲਤੀ ਤਾਂ ਨਹੀਂ ਕੀਤੀ ਜਾ ਰਹੀ? ਸਿਆਣਾ ਸ਼ਬਦ ਜਿਹੜਾ ਅਸੀਂ ਮਿਸਯੂਜ਼ ਤਾਂ ਨਹੀਂ ਕਰ ਰਹੇ? ਕਿਧਰੇ ਗਲਤ ਤਰੀਕੇ ਨਾਲ ਤਾਂ ਨਹੀਂ ਇਸ ਸ਼ਬਦ ਦੀ ਵਰਤੋਂ ਹੋ ਰਹੀ ਵੀ ਅਸੀਂ ਕਿਸੇ ਨੂੰ ਐਵੇਂ ਕਿਸੇ ਮੂਰਖ ਬੰਦੇ ਨੂੰ ਸਿਆਣਾ ਆਖ ਦਈਏ, ਐਵੇਂ ਅੰਧੇ ਬੰਦੇ ਨੂੰ ਅਸੀਂ ਆਖ ਦਈਏ ਪਾਰਖੂ ਬੜਾ ਤਕੜਾ ਹੈ। ਅੰਮ੍ਰਿਤ ਨੂੰ ਵਿਖਿਆ ਕਹਿਣ ਵਾਲੀ ਗੱਲ ਹੈ, ਮਾਫ ਕਰਨਾ, ਤੇ ਵਿਖਿਆ ਨੂੰ ਅੰਮ੍ਰਿਤ ਕਹਿਣ ਵਾਲੀ ਗੱਲ ਹੈ। ਸਾਡੀ ਪਰਖ ਬੁੱਧੀ ਇੱਥੇ ਖੜੀ ਹੈ ਵੀ ਜ਼ਹਿਰ ਨੂੰ ਅੰਮ੍ਰਿਤ ਤੇ ਅੰਮ੍ਰਿਤ ਨੂੰ ਜ਼ਹਿਰ ਆਖ ਰਹੇ ਆ। ਸਾਡੇ ਕੋਲ ਸਮਝ ਨਹੀਂ ਹੈ। ਤੋ ਖੈਰ ਸਤਿਗੁਰੂ ਮਹਾਰਾਜ ਕਹਿੰਦੇ ਜੇ ਵਡੇਰੀ ਉਮਰ ਵੀ ਹੋ ਗਈ ਹੈ, ਵੱਡੀ ਉਮਰ ਹੋ ਗਈ ਹੈ, ਜੇ ਗੁਣ ਆ ਗਏ ਤੇ ਮਨੁੱਖ ਸੱਚਮੁੱਚ ਹੀ ਰੱਬ ਦਾ ਫਰਿਸ਼ਤਾ ਬਣ ਗਿਆ। ਜੇ ਸਾਰੀ ਜ਼ਿੰਦਗੀ 'ਚ ਗੁਣ ਕਮਾਏ ਨਹੀਂ, ਕੋਈ ਚੰਗਾ ਕਮਾਇਆ ਨਹੀਂ ਨਾ, ਧਰਮ ਨੇਕੀ ਸੱਚਾਈ ਦੀ ਘਾਲਣਾ ਘਾਲੀ ਨਹੀਂ ਹੈ, ਤੇ ਫਿਰ ਬੰਦਿਆ ਤੂੰ ਮਤ ਸੋਚੀ ਕਿ ਮੈਂ ਏਡੀ ਵੱਡੀ ਉਮਰ ਵਿੱਚ ਆ ਕੇ ਸ਼ਾਇਦ ਸਿਆਣਾ ਬਣ ਗਿਆ। ਮਹਾਰਾਜ ਕਹਿੰਦੇ ਸਿਆਣਾ ਨਹੀਂ ਹੈ, ਇਹ ਤਾਂ ਅਜੇ ਵੀ ਬਾਲਕ ਬਿਰਧ ਸਮਾਨ ਵਾਲੀ ਗੱਲ ਹੈ, ਮਨਮੁਖਾਂ ਵਾਲੀ ਬਿਰਤੀ ਹੈ। ਤੋ ਖੈਰ ਬਾਬਾ ਫਰੀਦ ਸਾਹਿਬ ਜੀ ਨੇ ਸਾਡੇ ਮਨ ਦੀ ਦਸ਼ਾ, ਮਨ ਦੀ ਹਾਲਤ ਨੂੰ ਬਿਆਨ ਕੀਤਾ ਹੈ ਕਿ ਮਨੁੱਖ ਸਰੀਰ ਕਰਕੇ ਬਜ਼ੁਰਗ ਹੋ ਚੁੱਕਾ ਹੈ। ਦਾੜੀ ਵੀ ਚਿੱਟੀ ਹੋ ਗਈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਸਿਰ ਵੀ ਚਿੱਟਾ ਹੋ ਗਿਆ। ਰੇ ਮਨ ਗਹਿਲੇ ਬਾਵਲੇ, ਹੇ ਮੂਰਖ ਮਨਾ, ਹੇ ਕਮਲਿਆ ਮਨਾ, ਮਾਣੇ ਕਿਆ ਰਲੀਆਂ। ਅਜੇ ਵੀ ਤੂੰ ਦੁਨੀਆ 'ਚ ਰਲੀਆਂ ਮੌਜਾਂ ਰੰਗ ਤਮਾਸ਼ੇ ਮਾਨਣ ਦੇ ਵਿੱਚ ਹੀ ਗੜੋਚ ਹੋਇਆ ਫਿਰਦਾ। ਤੂੰ ਅਜੇ ਵੀ ਤੂੰ ਮੈਨੂੰ ਤੋੜਿਆ ਹੋਇਆ ਰੱਬ ਨਾਲੋਂ। ਸਰੀਰ ਦੀ ਕੋਈ ਪਾਇਆ ਨਹੀਂ ਹੈ
ਕਿਉਂਕਿ ਮਨ ਹੀ ਡਾਇਰੈਕਸ਼ਨ ਦੇ ਰਿਹਾ, ਮਨ ਹੀ ਲੈ ਕੇ ਤੁਰਿਆ ਫਿਰਦਾ ਹੈ। ਸਵਾਰੀਆਂ ਦੀ ਕੀ ਮਜ਼ਾਲ ਹੈ ਬੱਸ ਨੂੰ ਆਪਣੀ ਮਰਜ਼ੀ ਨਾਲ ਮੋੜ ਲੈਣ, ਉਹ ਤਾਂ ਡਰਾਈਵਰ ਦੀ ਮਰਜ਼ੀ ਹੁੰਦੀ, ਉਹਨੇ ਕਿੱਧਰ ਨੂੰ ਲੈ ਕੇ ਜਾਣਾ ਤੇ ਕਿੱਧਰ ਨੂੰ ਮੋੜਨੀ। ਹੋ ਸਕਦਾ ਉਹ ਸਪੀਡ ਵਧਾ ਵੀ ਦੇਵੇ, ਹੋ ਸਕਦਾ ਕਿਸੇ ਨਹਿਰ ਬੱਸ ਦਰਿਆ 'ਚ ਸੁੱਟ ਦੇਵੇ, ਹੋ ਸਕਦਾ ਸਹੀ ਢੰਗ ਨਾਲ ਉਹ ਟਿਕਾਣੇ ਵੀ ਲਾ ਦੇਵੇ। ਇਹ ਤਾਂ ਡਰਾਈਵਰ ਦੀ ਮਰਜ਼ੀ ਹੈ ਨਾ। ਜੇ ਗੱਡੀ ਬੱਸ ਚਲਾਉਣ ਵਾਲਾ ਡਰਾਈਵਰ ਨਸ਼ੇ ਵਿੱਚ ਧੁੱਤ ਹੋਵੇਗਾ ਤੇ ਸਵਾਰੀਆਂ ਨੂੰ ਖਤਰਾ ਹੋਵੇਗਾ, ਹਰ ਵਕਤ ਖਤਰਾ। ਇਸੇ ਕਰਕੇ ਬੱਸਾਂ ਦੀ ਡਰਾਈਵਰ ਵਾਲੀ ਖਿੜਕੀ ਦੇ ਉੱਪਰ ਲਿਖਿਆ ਹੁੰਦਾ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਇਉਂ ਤਾਂ ਕਰਕੇ ਲਿਖਿਆ ਹੁੰਦਾ ਹੈ ਕਿਉਂਕਿ ਡਰਾਈਵਰ ਦੇ ਕਰਕੇ ਇੰਨੀਆਂ ਸਵਾਰੀਆਂ ਨੇ ਮੰਜ਼ਿਲ ਤੇ ਪਹੁੰਚਣਾ। ਜੇ ਡਰਾਈਵਰ ਹੀ ਨਸ਼ੇੜੀ ਹੋਇਆ ਤੇ ਫਿਰ ਸਵਾਰੀਆਂ ਦਾ ਕੀ ਬਣੇਗਾ। ਇਹ ਸਰੀਰ ਦੇ ਅੰਦਰ ਜਿਹੜਾ ਮਨ ਡਰਾਈਵਰ ਹੈ, ਇਹ ਡਰਾਈਵ ਕਰ ਰਿਹਾ ਸਾਰੇ ਸਰੀਰ ਨੂੰ, ਕਿੱਧਰ ਨੂੰ ਲੈ ਕੇ ਜਾਣਾ ਹੈ, ਕੀ ਕੰਮ ਕਰਨਾ ਹੈ, ਕੀ ਨਹੀਂ ਕਰਨਾ। ਤੇ ਮਨ ਨੂੰ ਤਾਂ ਬੜਾ ਵੱਡਾ ਨਸ਼ਾ ਹੈ, ਮਨ ਨੂੰ ਵੇਖਣ ਦਾ ਵੀ ਨਸ਼ਾ ਹੈ, ਮਨ ਨੂੰ ਜ਼ੁਬਾਨ ਦਾ ਵੀ ਚਸਕਾ ਹੈ, ਮਨ ਰਸਾਂ ਕਸਾਂ ਵਿੱਚ ਗੁੜੁੱਚ ਹੈ। ਮਨ ਦੇ ਤਾਂ ਕਈ ਤਰ੍ਹਾਂ ਦੇ ਆਪਣੇ ਫੁਰਨੇ ਨੇ ਜਿਹੜੇ ਪੂਰੇ ਨਹੀਂ ਹੋ ਰਹੇ, ਉਹ ਭਟਕਾਈ ਫਿਰਦਾ ਬੰਦੇ ਨੂੰ। ਇਸ ਲਈ ਸਤਿਗੁਰੂ ਨੇ ਆਖਿਆ, ਅਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਹੇ ਮੇਰਿਆ ਮਨਾ, ਸਰੀਰ ਬੁਢਾਪੇ ਦੀ ਅਵਸਥਾ ਵਿੱਚ ਪਹੁੰਚ ਗਿਆ, ਪਰ ਤੂੰ ਇੰਨਾ ਕਬੌਰਾ ਹੈ, ਇੰਨਾ ਕਮਲਾ ਹੈ, ਇੰਨਾ ਝੱਲਾ ਹੈ ਨਾ, ਤੂੰ ਅਜੇ ਵੀ ਦੁਨੀਆ ਦੇ ਰੰਗ ਮੇਲਿਆਂ ਦੇ ਵਿੱਚ ਮੌਜ ਮਸਤੀਆਂ ਦੇ ਵਿੱਚ ਭੱਜਾ ਫਿਰਦਾ ਹੈ। ਆਪਣੇ ਆਪ ਨੂੰ, ਮਨ ਨੂੰ ਸਤਿਗੁਰੂ ਮਹਾਰਾਜ ਨੇ ਸਾਨੂੰ ਇਸ ਸ਼ਲੋਕ ਵਿੱਚ ਕੰਟਰੋਲ ਕਰਨ ਲਈ ਆਖਿਆ। ਮਨ ਸਮਝਾਵਣ ਕਾਰਨੇ ਕਛੁਅਕ ਪੜ੍ਹੀਏ, ਗਿਆਨ ਗੁਰੂ ਗਿਆਨ ਦੇ ਲੜ ਲੱਗੀਏ। ਕੁਝ ਨਾ ਕੁਝ ਜ਼ਰੂਰ ਬੈਠ ਕੇ ਸੰਗਤ ਵਿੱਚੋਂ ਪ੍ਰਾਪਤ ਕਰਿਆ ਕਰੀਏ। ਜੇ ਸਾਡੇ ਕੋਲ ਗਿਆਨ ਨਹੀਂ ਹੈ ਤੇ ਮਹਾਰਾਜ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਮਨ ਨੂੰ ਚੰਗਾ ਬਣਾਉਣ ਦੇ ਲਈ ਗੁਰੂ ਗਿਆਨ ਦੇ ਨਾਲ ਇਸ ਮਨ ਨੂੰ ਬੱਧਾ ਜਾ ਸਕਦਾ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਗੁਰ ਬਿਨ ਗਿਆਨ ਨਾ ਹੋਏ, ਗੁਰੂ ਗਿਆਨ ਦੇ ਨਾਲ ਇਹ ਮਨ ਦੀ ਤੰਦਰੁਸਤੀ ਬਣ ਸਕਦੀ ਹੈ। ਸਤਿਗੁਰੂ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਭ ਦਾ ਧੰਨਵਾਦ, ਸ਼ੁਕਰ ਮਾਲਕ ਜੀ ਦਾ। ਗੁਰੂ ਫਤਿਹ ਨਾਲ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।